ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ, ਜਿਹੜਾ ਸਰਕਾਰ ਬਹੁਤ ਵੱਡਾ ਦਾਅਵਾ ਕਰ ਰਹੀ ਹੈ, ਥੋਕ ਦੇ ਵਿੱਚ ਜਿਹੜੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਆ ਜੀ, ਕਿ ਇਹਨਾਂ ਦੇ ਨਾਲ ਭ੍ਰਿਸ਼ਟਾਚਾਰ ਰੁਕ ਜੂਗਾ ਜੀ? ਬਿਲਕੁਲ, ਇਹ ਸਵਾਲ ਬਹੁਤ ਵਾਜਬ ਹੈ ਜੀ ਕਿ ਕੀ ਏਦਾਂ ਭ੍ਰਿਸ਼ਟਾਚਾਰ ਰੁਕ ਜਾਏਗਾ। ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਲੋਕਾਂ ਦੀ ਦੁਖਤੀ ਰੱਗ ਤੇ ਉਂਗਲ ਤਾਂ ਧਰੀ ਹੈ ਜੀ। ਕੋਈ ਦੋ ਰਾਏ ਨਹੀਂ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਦੇ ਲੋਕ ਕੋਰਟ ਕਚਹਿਰੀ ਤੇ ਥਾਣਿਆਂ 'ਚ ਹੀ ਖੱਜਲ ਖੁਆਰ ਹੁੰਦੇ ਨੇ। ਬਿਲਕੁਲ ਸਹੀ। ਸੋ ਉਸ ਖੱਜਲ ਖੁਆਰੀ ਦੇ ਹਵਾਲੇ ਨਾਲ ਜਦੋਂ ਇਹ ਖਬਰਾਂ ਲੱਗਦੀਆਂ ਕਿ ਤਹਿਸੀਲ 'ਚ ਛਾਪਾ ਮਾਰਿਆ, ਤਹਿਸੀਲ 'ਚ ਚੈੱਕ ਕੀਤਾ, ਤਹਿਸੀਲਦਾਰ ਸਸਪੈਂਡ ਕਰਤੇ, ਤਹਿਸੀਲਦਾਰ ਨੂੰ ਤਾੜਨਾ ਕਰਤੀ ਕਿ ਅਸੀਂ ਨਵੇਂ ਭਰਤੀ ਕਰ ਲਾਂਗੇ, ਤਾਂ ਫੌਰੀ ਰਾਹਤ ਲੋਕਾਂ ਨੂੰ ਮਿਲਦੀ ਹੈ ਕਿ ਲੈ ਬਾਈ ਕਰਤਾ ਕੰਮ। ਪਰ ਜਦੋਂ ਇਹਦੇ ਗਹਿਰਤਾ ਨਾਲ, ਗੰਭੀਰਤਾ ਨਾਲ, ਇਹਦੀਆਂ ਬਰੀਕੀਆਂ ਵੱਲ ਜਾਂਦੇ ਆ, ਫਿਰ ਇਹਦੀਆਂ ਕਈ ਲੇਅਰਸ ਉੱਭਰ ਕੇ ਆਉਂਦੀਆਂ। ਸਹੀ। ਹੁਣ ਮੁੱਖ ਮੰਤਰੀ ਸਾਹਿਬ ਨੇ ਦਿਖਾਇਆ ਕਿ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜੀ, ਅਸੀਂ 14 ਤਾਂ ਸਸਪੈਂਡ ਕਰਤੇ, ਠੀਕ ਹੈ ਜੀ, 170 ਨਾਇਬ ਤਹਿਸੀਲਦਾਰ ਬਦਲਤੇ, 58 ਤਹਿਸੀਲਦਾਰ ਬਦਲਤੇ, ਹੈ ਨਾ। ਤੇ ਜੀ ਮਤਲਬ ਕਿ ਇਹ ਸਾਰੀ ਕਾਰਵਾਈ ਅਸੀਂ ਪਾਤੀ ਤਾਂ ਕਿ ਹੁਣ ਭ੍ਰਿਸ਼ਟਾਚਾਰ ਨੱਥ ਪਾਏਗੀ ਤੇ ਚੁੱਪ ਕਰਕੇ ਕੰਮਾਂ ਤੇ ਮੁੜਿਆ। ਇਹ ਦੇਖੋ ਜੀ, ਸੋ ਇਹ ਦ੍ਰਿਸ਼ ਦਿਖਾਤਾ ਉਹਨਾਂ ਨੇ, ਹੈ ਨਾ। ਅਸਲ ਦੇ ਵਿੱਚ ਉਹ ਲੰਬੀ ਛੁੱਟੀ ਤੇ ਨਹੀਂ ਗਏ ਸੀ ਜੀ। ਉਹਨਾਂ ਨੇ ਸੰਕੇਤਕ ਹੀ ਹੜਤਾਲ ਕੀਤੀ ਸੀ ਆਪਣੇ ਬੰਦੇ ਦੇ ਹੱਕ 'ਚ। ਇਹ ਵਰਤਾਰਾ ਲੰਮੇ ਸਮੇਂ ਤੋਂ ਚੱਲਿਆ ਆਉਂਦਾ, ਪਟਵਾਰੀਆਂ 'ਚ ਵੀ, ਬੜੇ ਅਫਸਰਾਂ 'ਚ ਵੀ, ਇੱਧਰ ਇਹਨਾਂ 'ਚ ਵੀ। ਇਹ ਲੌਬੀ ਪੂਰੀ ਉਹ ਹੈ ਕਿ ਆਪਣੇ ਬੰਦੇ ਨਾਲ ਖੜ ਜਾਂਦੇ ਨੇ। ਹੁਣ ਭਾਈ ਠੀਕ ਹੈ, ਫਿਰ ਜਿਹੋ ਜਿਹਾ ਜਰਾਨਾ, ਫਿਰ ਸਾਰੇ ਉਹੀ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ। ਸੋ ਪਰ ਇਸ ਵਾਰ ਦੀ ਸਖਤੀ ਤੋਂ ਬਾਅਦ ਉਹ ਵਾਪਸ ਪਰਤੇ, ਅੱਜ ਕੰਮਕਾਰ ਤੇ ਪਰਤੇ ਆਏ, ਪਰ ਇੱਧਰ ਬਦਲੀ ਦੇ ਆਰਡਰ ਆ ਗਏ। ਵੱਡਾ ਸਵਾਲ ਇਹ ਹੈ ਕਿ ਰੋਕਣਾ ਆਪਾਂ ਭ੍ਰਿਸ਼ਟਾਚਾਰ ਹੈ, ਹਾਂਜੀ, ਤੇ ਕੀ ਤਬਾਦਲਿਆਂ ਨਾਲ ਭ੍ਰਿਸ਼ਟਾਚਾਰ ਰੁਕੇਗਾ? ਸਹੀ। ਜਿਹੜਾ ਬੰਦਾ ਬਠਿੰਡੇ ਬੈਠਾ ਹੈ, ਉਹ ਜਾ ਕੇ ਪਠਾਨਕੋਟ ਜੇ ਤੁਸੀਂ ਉਹਨੂੰ ਤਾਇਨਾਤ ਕਰ ਦੋਗੇ, ਜਿਹੜਾ ਮੋਹਾਲੀ ਬੈਠਾ ਹੈ, ਉਹਨੂੰ ਜੇ ਜਲਾਲਾਬਾਦ ਤਾਇਨਾਤ ਕਰ ਦੋਗੇ, ਹੈ ਨਾ, ਜਿਹੜਾ ਉਧਰ ਸੰਗਰੂਰ ਬੈਠਾ ਹੈ ਨਾ, ਉਹਨੂੰ ਲਿਆ ਕੇ ਡੇਰਾ ਬਾਬਾ ਨਾਨਕ ਲਾ ਦੋਗੇ, ਕੀ ਇਹਦੇ ਨਾਲ ਭ੍ਰਿਸ਼ਟਾਚਾਰ ਰੁਕ ਜੂਗਾ? ਸਹੀ ਹੈ ਜੀ। ਕੀ ਉਹ ਬੰਦਾ ਉੱਥੇ ਆ ਕੇ ਥਾਂ ਬਦਲ ਕੇ ਇਮਾਨਦਾਰ ਹੋ ਜੂਗਾ? ਕਿ ਬਿਨਾਂ ਲੈਣ ਦੇਣ ਤੋਂ ਰਜਿਸਟਰੀ ਕਰਨ ਲੱਗ ਜੂਗਾ? ਕੋਈ ਸ਼ੱਕ ਨਹੀਂ, ਤਹਿਸੀਲਦਾਰ ਤੇ ਇਹਨਾਂ ਦੇ ਵਿਭਾਗ ਤੇ ਇਹਨਾਂ ਦੇ ਮੁਲਾਜ਼ਮ ਪੂਰੀ ਤਰ੍ਹਾਂ ਬਦਨਾਮ ਨੇ, ਕਿਉਂਕਿ ਸੁੱਕਾ ਨਹੀਂ ਜਾਣ ਦਿੰਦੇ ਕੋਈ। ਪਰ ਲੋਕ ਦੇਖ ਕੇ ਕਿਉਂ ਆਉਂਦੇ ਨੇ ਪੈਸੇ ਬਾਈ? ਕਿਉਂਕਿ ਤੁਸੀਂ ਜਿਹੜੇ ਕਲੈਕਟਰ ਰੇਟ ਨੇ, ਜਿਹੜੇ ਸਰਕਾਰੀ ਰੇਟ ਨੇ ਜ਼ਮੀਨਾਂ ਦੇ, ਉਹ ਥੱਲੇ ਰੱਖੇ ਹੁੰਦੇ ਨੇ, ਤੇ ਮਾਰਕੀਟ ਰੇਟ ਕਿਤੇ ਜ਼ਿਆਦਾ ਉੱਪਰ ਹੁੰਦਾ ਹੈ। ਤੇ ਫਿਰ ਅਗਲਾ ਕਹਿੰਦਾ ਵੀ ਕਲੈਕਟਰ ਰੇਟ ਕਿੰਨਾ ਹੈ? ਕਹਿੰਦਾ ਜੀ 10 ਲੱਖ, ਤੇ ਵਿਕਿਆ ਕਹਿੰਦਾ ਸੌਦਾ 50 ਲੱਖ ਦਾ, ਕਰਾ ਲਓ ਜੀ 10 ਲੱਖ 1,000 ਦੀ ਰਜਿਸਟਰੀ। ਤੋ ਜਿਹੜਾ ਉਹ 40 ਲੱਖ ਬਲੈਕ 'ਚ ਲੈਣ ਦੇਣ ਹੋ ਰਿਹਾ, ਉਸ ਚੱਕਰ 'ਚ ਬੰਦਾ ਫਿਰ ਰਿਸ਼ਵਤ ਵੀ ਦਿੰਦਾ, ਤੇ ਅਗਲਿਆਂ ਨੂੰ ਵੀ ਪਤਾ ਹੁੰਦਾ। ਤੁਸੀਂ ਕਰ ਦੋ ਨਾ ਕਿ ਮਾਰਕੀਟ ਰੇਟ ਤੇ ਰਜਿਸਟਰੀ ਹੋਊਗੀ, ਟੈਕਸ 8% ਨਹੀਂ 1% ਲਵਾਂਗੇ, ਚਲੋ ਫਿਰ 10 ਲੱਖ ਵਾਲੀ ਰਜਿਸਟਰੀ 50 ਲੱਖ ਦੀ। ਕਿਉਂਕਿ ਇਹਦੇ ਵਿੱਚ ਕੱਲਾ ਤਹਿਸੀਲਦਾਰਾਂ ਦਾ ਮਸਲਾ ਨਹੀਂਗਾ, ਇਹ ਬਲੈਕ ਮਨੀ ਕਮਾਉਣ ਦੇ ਵਿੱਚ ਬਿਲਡਰ ਜਿਹੜਾ ਮਾਫੀਆ, ਉਹਦਾ ਯੋਗਦਾਨ। ਬਿਲਕੁਲ ਸਹੀ। ਉਸ ਦੇ ਵਿੱਚ ਫਿਰ ਕਿਹਦਾ ਹਿੱਸਾ ਪਤਾ ਹੈ, ਉਹ ਆਪਾਂ ਸਭ ਨੂੰ ਪਤਾ। ਸੋ ਤਹਿਸੀਲਦਾਰ ਤਾਂ ਇੱਕ ਕੜੀ ਹੈ ਉਸ ਦਾ, ਉਹਦੇ ਵਿੱਚ ਵੱਡੀਆਂ ਮੋਟੀਆਂ ਚੈਨਾਂ ਪਈਆਂ ਹੋਈਆਂ ਉਹ ਕੜੀ ਦੇ ਵਿੱਚ। ਉਹ ਸੰਗਲ ਹੁੰਦਾ ਨਾ, ਮੈਂ ਇਸ ਨੂੰ ਪਾਇਆ ਹੋਇਆ, ਉਹ ਦੇਖਣ ਨੂੰ ਇੱਕੋ ਹੁੰਦਾ ਹੈ, ਪਰ ਕਈ ਵਾਰ ਜੇ ਟੁੱਟ ਜਾਵੇ ਕੜਾ ਤਾਂ ਨਾਪ ਦਾ ਨਾਮ ਲੈ, ਤਾਂ ਬੜੇ ਕੜੇ ਵੀ ਉਹ 'ਚ ਪਵਾ ਲਏ ਜਾਂਦੇ ਨੇ, ਕਹਿੰਦਾ ਜਰਾ ਪਾ ਦੇ, ਕੋਈ ਗੱਲ ਨਹੀਂ। ਸੋ ਇਹ ਬੜੇ ਕੜੇ ਜਿਹੜੇ ਪਏ ਹੋਏ ਨੇ, ਚਾਹੇ ਉਹ ਅਫਸਰਸ਼ਾਹੀ ਵਾਲੇ ਨੇ, ਚਾਹੇ ਉਹ ਸਿਆਸਤਦਾਨ ਵਾਲੇ ਨੇ, ਚਾਹੇ ਉਹ ਸੱਤਾਧਾਰੀ ਧਿਰ ਵਾਲੇ ਨੇ, ਉਹਨਾਂ ਨੂੰ ਕਿਵੇਂ ਤੋੜੋਗੇ ਜਨਾਬ? ਬਦਲੀ ਹੋਣ ਨਾਲ ਉਹ ਕੜਾ ਨਹੀਂ ਟੁੱਟਦਾ, ਉਹ ਕੜੀ ਲਗਾਤਾਰ ਜੁੜੀ ਹੋਈ ਹੈ, ਔਰ ਉੱਥੇ ਸੱਟ ਕਿਵੇਂ ਮਾਰੋਗੇ? ਲੋਕਾਂ ਨੂੰ ਇਹ ਜਾਣਨਾ ਵੀ ਅਧਿਕਾਰ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਆਪਣੇ ਪੱਧਰ ਤੇ ਵੀ ਦੇਖਣ ਦੀ ਲੋੜ ਹੈ। ਔਰ ਠੀਕ ਹੈ, ਫੌਰੀ ਰਾਹਤ ਦੇ ਲਈ ਕੁਝ ਦਿਨ ਅਸਰ ਵੀ ਰਹਿ ਸਕਦਾ ਇਹਦਾ, ਕੋਈ ਥਾਵਾਂ ਤੇ ਕਟੌਤੀ ਵੀ ਹੋ ਸਕਦੀ ਹੈ, ਕੋਈ ਥਾਵਾਂ ਤੇ ਰੂਟੀਨ ਵੀ ਹੋ ਸਕਦਾ, ਪਰ ਜਿੰਨੀ ਸਖਤੀ ਵੱਧਦੀ ਹੈ ਉਹਨਾਂ ਰਿਸ਼ਵਤ ਦਾ ਰੇਟ ਵੱਧ ਜਾਂਦਾ ਹੈ, ਤੇ ਉਹਨੀਆਂ ਚੋਰ ਮੋਰੀਆਂ ਵੱਧ ਜਾਂਦੀਆਂ। ਇਸ ਲਈ ਇਹਨੂੰ ਦਰੁਸਤ ਕਰਨ ਦੇ ਲਈ ਨੀਤੀ ਕੀ ਹੈ, ਇਹਦਾ ਅਜੇ ਕੋਈ ਰੋਡ ਮੈਪ ਤਿਆਰ ਨਹੀਂ ਹੈ। ਸੋ ਇਹ ਦਿਖਾਵੇ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਹੈ ਨਾ, ਇਹ ਪੋਸਟਰਬਾਜ਼ੀ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਇਸ਼ਤਿਹਾਰਬਾਜ਼ੀ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਪਰ ਇਸ ਨੂੰ ਸਹੀ ਦਰੁਸਤ ਕਰਨਾ, ਔਰ ਇਕੱਲੇ ਇੱਕ ਵਿਭਾਗ ਦਾ ਨਹੀਂ, ਸਾਰੇ ਵਿਭਾਗਾਂ ਦਾ, ਔਰ ਉਹ ਸਾਰੇ ਲੋਕ ਪੰਜਾਬ ਤੋਂ ਹੀ ਆਉਂਦੇ ਨੇ, ਆਪਣੇ ਵਿਭਾਗ 'ਚ ਲੈਂਦੇ ਨੇ, ਦੂਏ ਵਿਭਾਗਾਂ ਲਈ ਦੇਣੀ ਪੈਂਦੀ ਹੈ। ਤੇ ਫਿਰ ਇਸ ਨੂੰ ਦਰੁਸਤ ਕਰਨ ਦੇ ਲਈ ਕਿਹੜਾ ਫਾਰਮੂਲਾ ਜਨਾਬ? ਉਹਦੇ ਉੱਤੇ ਰੋਡ ਮੈਪ ਕੋਈ ਹੈ ਤਾਂ ਉਹ ਸਾਹਮਣੇ ਲਿਆਉਣ ਦੀ ਲੋੜ।
ਤੁਸੀਂ ਜਿਹੜਾ ਰੇਟ ਵਧਣ ਵਾਲਾ ਜਿਹੜਾ ਜ਼ਿਕਰ ਉਹਦੇ ਵਿੱਚ ਇੱਕ ਮਿਸਾਲ ਦਾ ਤੁਸੀਂ ਨਾਂ ਲੈਂਦੇ ਹੁੰਦੇ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਵੀ ਰੇਟ ਵਧਾਇਆ ਕਿਵੇਂ ਆ। ਹਾਂਜੀ, ਉਹਦੇ ਚ ਇੱਕ ਮਿਸਾਲ ਤੁਸੀਂ ਦਿੰਦੇ ਹੁੰਦੇ ਸਾਂਝੀ ਕਰਦੇ ਹੁੰਦੇ ਆ। ਸਿਆਸੀ ਤੌਰ ਤੇ ਤਾਂ ਦੋਸ਼ ਇਹ ਵੀ ਲੱਗਦੇ ਵੀ ਦਿੱਲੀ ਦਾ ਇੱਕ ਬੰਦਾ ਬੈਠਾ ਵੱਖ-ਵੱਖ ਦਫ਼ਤਰਾਂ ਦੇ ਵਿੱਚ। ਬਿਲਕੁਲ, ਇਹ ਬਿਲਕੁਲ ਦਰੁਸਤ ਹੈ ਜੀ। ਹਰ ਜਿੱਥੇ ਵੀ ਰਜਿਸਟਰੀਆਂ ਹੁੰਦੀਆਂ ਰੋਜ਼ ਸ਼ਾਮ ਨੂੰ ਹਿਸਾਬ ਲੈਂਦਾ ਬੰਦਾ। ਦਿੱਲੀ ਦਾ ਇੱਕ ਏਜੰਟ ਪੱਕਾ ਬੈਠਾ ਹੈ ਜੀ। ਫਿਰ ਉਹਦੀ ਬਦਲੀ ਫਿਰ ਸਵਾਲ ਇਹ ਹੈ ਕਿ ਭਗਵੰਤ ਮਾਨ ਜੀ ਕੀ ਉਹਨਾਂ ਏਜੰਟਾਂ ਦੇ ਖਿਲਾਫ ਹੁਣ ਬਗਾਵਤ ਕਰ ਰਹੇ ਨੇ? ਕੀ ਰਿਸ਼ਵਤ ਦਾ ਰੇਟ ਵਧਾਉਣ ਲਈ ਰੇਡ ਹੈ? ਕੀ ਇਹ ਦਿਖਾਵੇ ਲਈ ਹੈ? ਕੀ ਪਾਰਟੀ ਦੇ ਅੰਦਰ ਜਿਹੜਾ ਖਿਲਾਰਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਵੱਖਰੀ ਤਾਕਤ ਦਿਖਾਉਣ ਦੀ ਰੇਡ ਹੈ? ਸੋ ਜੋ ਵੀ ਹੈ ਕੁਛ ਤਾਂ ਹੈ, ਆਉਂਦੇ ਦਿਨਾਂ 'ਚ ਇਹ ਵੀ ਸਾਫ਼ ਹੋ ਜਾਏਗਾ। ਸਾਫ਼ ਹੋ ਜਾਣਾ, ਬਿਲਕੁਲ ਸਹੀ।